साध सिंह जी अगला सवाल जिहड़ा वो भी गुरबाणी दी विचों लिया गया है। तो सवाल करता ने पूछा कि फरीद साहब जी का श्लोक है कि रुखी सुखी खायक है ठंडा पानी पियो फरीदा देख पराई चौपड़ी ना तरसाए जी। तो इहो ਜਿਹੇ ਜਿਹੜੇ ਇਹ ਜਿਹੜਾ श्लोक है खास करके और ਇਹੋ ਜਿਹੇ कुछ होर श्लोक ਜਾਂ शब्द ਜਿਹੜੇ ਨੇ ਉਹ ਕਈ ਵਾਰੀ ਪਾਠ ਕਰਨ ਲੱਗਿਆਂ ਸਮਝਣ ਲੱਗਿਆਂ ਜਗਿਆਸੂ ਦੇ ਮਨ ਵਿੱਚ ਇਹ ਆ ਜਾਂਦਾ ਹੈ ਵੀ ਇਹ ਕਿਉਂ ਲਿਖਿਆ ਵੀ ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀਓ। तो ਇਹਦੇ ਬਾਰੇ ਸਹਿਬਨ ਹੈ ਕਿ ਸਵਾਲ ਮਨ ਵਿੱਚ ਆਉਣਾ ਔਰ ਕਈ ਵਾਰ ਇਹੋ ਜਿਹੇ ਸਵਾਲ ਜਿਹੜੇ ਨੇ ਔਰ ਇਸ ਸਵਾਲ ਬਾਰੇ ਵੀ ਕਈ ਵਾਰੀ ਚਰਚਾ ਹੋਈ। तो मैं वीर MP ਸਿੰਘ ਨੂੰ ਬੇਨਤੀ ਕਰਾਂਗਾ ਵੀ ਉਹ ਕਿਰਪਾ ਕਰਕੇ ਇਹ ਜੋ ਫਰੀਦ ਸਾਹਿਬ ਦਾ ਸ਼ਲੋਕ ਹੈ ਇਹ ਕਿਸ ਸ੍ਰੀਆਟਮ 'ਚ ਚੱਲ ਰਿਹਾ ਔਰ ਇਹਦੇ ਕੀ ਅਰਥ ਨੇ। ਆਇਆ ਕੋਈ ਇਹੋ ਜਿਹਾ ਅਰਥ ਨਹੀਂ ਹੈਗਾ ਵੀ ਠੀਕ ਹੈ ਜੋ ਰੁੱਖੀ ਸੁੱਕੀ ਮਿਲੇ ਖਾਈ ਜਾਓ ਉਦਮ ਨਾ ਕਰੋ ਜਾਂ ਕੁਝ ਹੈ। तो कृपा करके सानू थोड़ा जिहा ਇਹਦੀ डिटेल ਜਿਹੜੀ ਹੈ ਉਹ ਸਮਝਾਓ ਜੀ ਵੀਰ MP ਸਿੰਘ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਸਵਾਲ ਜ਼ਿਕਰ ਕਰਦਿਆਂ ਵੀ ਰਾਜਾ ਸਿੰਘ ਜੀ ਨੇ ਦੱਸਿਆ ਹੈ ਕਿ ਫਰੀਦ ਜੀ ਦਾ ਸ਼ਲੋਕ ਹੈ। ਉਹ ਫਰੀਦ ਜੀ ਦੇ ਜਿਹੜੇ ਸ਼ਲੋਕ ਨੇ ਉਹ ਇੱਕ ਲੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਕੀਤੇ ਗਏ ਹਨ ਤੇ ਜਿਨ੍ਹਾਂ ਦੀ ਕੁੱਲ ਗਿਣਤੀ 130 ਹੈ। ਉਹਨਾਂ ਦੇ ਵਿੱਚੋਂ 112 ਸ਼ਲੋਕ ਫਰੀਦ ਜੀ ਦੇ ਆਪਣੇ ਹਨ ਤੇ 18 ਸ਼ਲੋਕ ਵੱਖ-ਵੱਖ ਗੁਰੂ ਸਾਹਿਬਾਨ ਦੇ ਉਹਨਾਂ ਦੇ ਨਾਲ ਰਲਦੇ ਮਿਲਦੇ ਭਾਵਾਂ ਦੇ ਗੁਰੂ ਅਰਜਨ ਪਾਤਸ਼ਾਹ ਨੇ ਦਰਜ ਕੀਤੇ ਹਨ ਫਰੀਦ ਜੀ ਦੇ ਸ਼ਲੋਕਾਂ ਦੇ ਅਰਥਾਂ ਨੂੰ ਹੋਰ ਖੋਲ ਕੇ ਸਮਝਾਉਣ ਵਾਸਤੇ। ਤੋ ਜਿਹੜੇ ਸ਼ਲੋਕ ਹਨ ਉਹ ਭਾਵੇਂ ਦੇਖਣ ਨੂੰ ਇੰਝ ਲੱਗਦਾ ਹੈ ਕਿ ਜਿਵੇਂ ਅਲੱਗ-ਅਲੱਗ ਸ਼ਲੋਕ ਨੇ ਤੇ ਇਹਨਾਂ ਦੇ ਆਪਣੇ ਅਲੱਗ-ਅਲੱਗ ਹੀ ਅਰਥ ਹਨ, ਦੂਜੇ ਦੇ ਨਾਲ ਸ਼ਾਇਦ ਇਹਨਾਂ ਦਾ ਕੋਈ ਸੰਬੰਧ ਨਹੀਂ ਹੈ। ਪਰ ਜੇ ਇੱਕ ਲੜੀ ਵਿੱਚ ਧਿਆਨ ਦੇ ਨਾਲ ਇਹਨਾਂ ਸ਼ਲੋਕਾਂ ਦਾ ਪਾਠ ਕੀਤਾ ਜਾਵੇ ਤਾਂ ਇਹ ਗੱਲ ਸਹਿਜੇ ਹੀ ਸਪਸ਼ਟ ਹੋ ਜਾਂਦੀ ਹੈ ਕਿ ਕਈ ਸਾਰੇ ਸ਼ਲੋਕ ਇੱਕੋ ਹੀ ਸਬਜੈਕਟ ਦੇ ਉੱਤੇ ਇੱਕ ਲੜੀ ਦੇ ਵਿੱਚ ਚੱਲਦੇ ਹਨ ਤੇ ਜੇ ਉਹਨਾਂ ਵਿੱਚੋਂ ਕਿਸੇ ਇੱਕ ਸ਼ਲੋਕ ਦਾ ਅਰਥ ਸਮਝਣਾ ਹੋਵੇ ਤਾਂ ਉਹਦੇ ਨਾਲ ਦੇ ਰਲਦੇ ਵਾਲੇ ਜਿਹੜੇ ਸ਼ਲੋਕ ਹਨ ਉਸ ਲੜੀ ਦੇ ਉਹਨਾਂ ਨੂੰ ਇਕੱਠਿਆਂ ਪੜ੍ਹਨਾ ਪੈਂਦਾ ਹੈ ਤਾਂ ਹੀ ਗੱਲ ਜ਼ਿਆਦਾ ਸਪਸ਼ਟ ਹੁੰਦੀ ਹੈ। ਨਹੀਂ ਤਾਂ ਕਿਧਰੇ ਇਕੱਲਾ ਇੱਕ ਸ਼ਲੋਕ ਪੜ੍ਹਿਆ ਜਾਵੇ ਤੇ ਕਈ ਵਾਰੀ ਕੋਈ ਕਨਫਿਊਜ਼ਨ ਵੀ ਹੋ ਜਾਂਦਾ ਹੈ ਔਰ ਅਰਥ ਸਪਸ਼ਟ ਨਹੀਂ ਹੁੰਦੇ ਹਨ। ਇਹ ਜੋ ਸਵਾਲ ਦੇ ਅੰਦਰ ਸ਼ਲੋਕ ਆਇਆ ਹੈ ਸ਼ਲੋਕ ਨੰਬਰ 29 ਹੈ ਪਰ ਇਹ ਵੀ ਇਸੇ ਸਬਜੈਕਟ ਦੇ ਉੱਤੇ ਇੱਕ 3 ਸ਼ਲੋਕਾਂ ਦੀ ਲੜੀ ਹੈ ਜਿਹਦੇ ਵਿੱਚੋਂ ਇਹ ਤੀਸਰਾ ਸ਼ਲੋਕ ਹੈ। तो ये ਜਿਹੜਾ ਵਿਸ਼ਾ ਫਰੀਦ ਜੀ ਨੇ ਛੋਇਆ ਹੈ ਇਹ ਸ਼ਲੋਕ ਨੰਬਰ 27 ਤੋਂ ਆਰੰਭ ਹੁੰਦਾ ਹੈ। तो ਆਪਾਂ ਪਹਿਲਾਂ ਇਹਨਾਂ 3 ਸ਼ਲੋਕਾਂ ਦਾ ਪਾਠ ਕਰ ਲੈਂਦੇ ਹਾਂ ਫਿਰ ਇਸ ਸ਼ਲੋਕ ਦੇ ਵਿਚਾਰ ਨੂੰ ਸਮਝਣ ਦਾ ਯਤਨ ਕਰਦੇ ਹਾਂ। तो 27 ਨੰਬਰ ਸ਼ਲੋਕ ਹੈ ਜੀ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਂਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। इस तो अगला श्लोक है 28 नंबर। फरीदा रोटी मेरी काठ की लावन मेरी भुख जिन्ना खाधी चोपड़ी घने सहन के दुख। अगों फिर आंदा है 29 नंबर श्लोक जिहड़ा सवाल दे जिहदे बारे सवाल है कि रुखी सुखी खाए कै ठंडा पानी पियो फरीदा देख पराई चोपड़ी ना तरसाए जियो। तो हुण इस 29 नंबर श्लोक का जे अर्थ समझना है तो पहला थोड़ा जिहा जो कंटैक्सट चल रहा है जो विषय चल रहा है उन्होंने संखेप में ध्यान विच रख लीए। 27 नंबर श्लोक विच फरीद जी फरमाते हैं कि फरीदा शक्कर खंड निवात गुड़ माखियों मांझा दुध। जिवें कि आप इन्हूं सुन के समझ ही रहे हो कि सारिया मिठास वालियां मिठिया चीज़ां का जिक्र पहली पंक्ति विच हो रहा है। शक्कर आप सारे जानते ही हो शक्कर है जो गुड़ दी गन्ने तो बनती है पहला। खंड जो कि फिर उसे शक्कर नूं या गुड़ नूं रिफाइन करके फिर वो जिहड़ा गन्ने के रस नूं रिफाइन करके ते खंड बनाई जाती है। निवात कहते हैं मिश्री नूं तो ये भी मिठी हुंदी है। गुड़ सारे जानते हैं मिठा हुंदा है। माखियों कहते हैं शहद। इत्थे इस शब्द की बनावट वाल भी ध्यान देने की लोड़ है। माखियों ऊड़े
ਦੇ ਥੱਲੇ ਔਂਕੜ ਵੀ ਲੱਗੀ ਹੋਈ ਹੈ ਔਰ ਊੜੇ ਦਾ ਮੂੰਹ ਵੀ ਖੁੱਲਾ ਹੈ। तो ਊੜਾ ਜਦੋਂ ਖੁੱਲੇ ਮੂੰਹ ਨਾਲ ਆਉਂਦਾ ਹੈ ਤੇ ਉਹ ਹੋੜੇ ਦੀ ਆਵਾਜ਼ ਦਿੰਦਾ ਹੈ। तो ओरिजिनल लफज ਜਿਹੜਾ ਮਾਖਿਓ ਹੈ ਉਹ ਊੜਾ ਖੁੱਲੇ ਦੇ ਨਾਲ ਹੀ ਆਉਂਦਾ ਹੈ, ਪਰ ਇੱਥੇ ਮਾਤਰਾ ਦਾ ਤੋਲ ਘਟਾਉਣ ਵਾਸਤੇ ਇਸ ਊੜੇ ਦੇ ਥੱਲੇ ਔਂਕੜ ਵੀ ਲਗਾਈ ਗਈ ਹੈ ਤੇ ਇਹਦਾ ਉਚਾਰਨ ਛੋਟਾ ਕਰਕੇ ਕਰਨਾ ਮਾਖਿਓ। ਇਸ ਤਰੀਕੇ ਨਾਲ ਇਹਦਾ ਪਾਠ ਹੋਏਗਾ। तो खुले मुंह वाले होड़े का उच्चारण नहीं होएगा। हालांकि मूल शब्द जरा माखियो वो उड़े न खुले मुंह के नाल होड़े की आवाज वाला है। फिर उस तो बाद है माझ का दुध। मझ का दुध जड़ा है उसकी भी अपनी ही मिठास होंगी है। तो इन्हां सारिया चीज़ां शक्कर खंड मिश्री गुड़ शहद ते मझ का दुध इन्हां सारिया का जिक्र करके फरीद जी पहली लाइन अगले दूसरी लाइन समझाते हैं कि सभे वस्तु मिठियां रब ना पुजन तुद। ये सारिया वस्तुआं जिहड़ियां मैं उपर बयान कीतियां ने मिठियां ने, मिठास भरियां ने, पर फिर अगों रब नूं संबोधन करके रब दा बब्बा मुक्ता है, संबोधन है, हे रब्बा ये सारिया जिहड़ियां वस्तुआं मैं उपर बयान कीतियां ने ये सारिया मिठियां ने, पर ना पुजन तुद, तेरे तक इन्हां दी पहुंच नहीं है। तो हुण मिठियां वस्तुआं ने रब तक की पहुंच करनी है। ये गल भी थोड़ी जी गहराई समझण वाली है कि मिठियां चीज़ां ने रब तक किवें पहुंच करनी है। ਇਹਦਾ ਭਾਵ ਇਹ ਨਹੀਂ ਹੈ ਵੀ ਮਿਠਾਸ ਵਾਲੀਆਂ ਚੀਜ਼ਾਂ ਨੇ रब तक पहुंचना है। कहण तो भाव यह है कि इन्हां मिठियां चीज़ां की जिहड़ी मिठास है, हे रब्बा तेरे नाम की मिठास की बराबरी नहीं कर सकदियां, ਉਹਦੀ मिठास तक नहीं पहुंच सकदियां, ਉਹਦੇ ਨਾਲ मुकाबला नहीं कर सकदियां। आम तौर ते ਅਸੀਂ ਜਦੋਂ ਦੁਨੀਆ ਵਿੱਚ ਵੀ ਦੁਨੀਆਦਾਰੀ ਦੇ ਵਿੱਚ ਆਮ ਗੱਲਾਂ ਕਰਦੇ ਹਾਂ ਕਿਸੇ ਦੋ ਬੰਦਿਆਂ ਦਾ ਕਿਸੇ ਖਾਸ ਸਕਿੱਲ ਦੇ ਬਾਰੇ ਕਿਸੇ ਖਾਸ ਹੁਨਰ ਦੇ ਬਾਰੇ ਮੁਕਾਬਲਾ ਕਰਦੇ ਹਾਂ ਤਾਂ ਅਸੀਂ ਕਹਿੰਦੇ ਆ ਨਾ ਜੀ ਵੀ ਉਹ ਬੰਦਾ ਦੇਖੋ ਜੀ ਬੜਾ ਹੀ ਕਮਾਲ ਦਾ ਤੀਰਅੰਦਾਜ਼ ਹੈ, ਜਿੰਨਾ ਸੋਹਣਾ ਉਹ ਨਿਸ਼ਾਨਾ ਲਗਾਉਂਦਾ ਨਾ ਕੋਈ ਉਹਦੇ ਤੱਕ ਨਹੀਂ ਪਹੁੰਚ ਸਕਦਾ। ਹੁਣ ਉਹਦੇ ਤੱਕ ਨਹੀਂ ਪਹੁੰਚ ਸਕਦੇ ਤਾਂ ਭਾਵ ਕੀ ਹੋਇਆ? ਇਹ ਥੋੜਾ ਕਿ ਵੀ ਉਹ ਜਿੱਥੇ ਬੈਠਾ ਆ ਉੱਥੇ ਜਾ ਕੇ ਪਹੁੰਚਣਾ ਲੋਕਾਂ ਨੇ, ਨਹੀਂ, ਉਹਦੇ ਤੱਕ ਨਹੀਂ ਪਹੁੰਚ ਕਿਸੇ ਦੀ ਦਾ ਭਾਵ ਹੁੰਦਾ ਹੈ ਵੀ ਉਹਦੇ ਮੁਕਾਬਲੇ ਦੀ ਕਲਾ, ਉਹਦੇ ਮੁਕਾਬਲੇ ਦੀ ਸਮਝ, ਉਹਦੇ ਮੁਕਾਬਲੇ ਦੀ ਜਿਹੜੀ ਸਪੈਸ਼ਲਿਟੀ ਹੈ ਨਾ ਉਹ ਕਿਸੇ ਕੋਲ ਨਹੀਂ ਹੈ। तो इवें ही इत्थे फरीद जी कहते हैं कि सभे वस्तु मिठियां, मिठियां तो सारिया चीज़ां ने, पर हे रब्बा तेरे स्वाद तक, तेरे नाम का जो स्वाद है, तेरे नाम की जो मिठास है उसकी बराबरी ये नहीं कर सकती। तो इस श्लोक का जो मुख संदेश है वो ये है कि जिहड़ा प्रभु का भगत है, जिहड़ा प्रभु दे नाल प्यार पाण दा उस मार्ग का पांधी है, जिहड़ा गुरमुख है, ਜਿਹੜੇ ਸ਼ਲੋਕਾਂ ਦੇ ਅੰਦਰ ਗੱਲ ਚੱਲਦੀ ਆ ਰਹੀ ਹੈ ਕਿ ਮਨੁੱਖਾ ਜੀਵਨ ਦਾ ਮਕਸਦ ਕੀ ਹੈ, ਇਹ ਕਾਹਦੇ ਵਾਸਤੇ ਇਨਸਾਨ ਨੂੰ ਜੀਵਨ ਮਿਲਿਆ ਹੈ। ਤਾਂ ਉਸੇ ਹੀ ਪਰਥਾਏ ਫਰੀਦ ਜੀ ਗੱਲ ਸਮਝਾਉਂਦੇ ਹਨ ਕਿ ਬਈ ਅਸਲ ਜੀਵਨ ਦਾ ਮਕਸਦ ਹੈ ਪ੍ਰਭੂ ਦੇ ਨਾਮ ਦੇ ਨਾਲ ਪਿਆਰ ਦਾ ਰਿਸ਼ਤਾ ਜੋੜਨਾ, ਪਿਆਰ ਦੀ ਸਾਂਝ ਪਾਉਣੀ। ਤਾਂ ਉਹ ਕੰਪੈਰੀਜ਼ਨ ਕਰਕੇ इंसान नूं इस गल की प्रेरणा कर रहे हैं कि जो दुनियावी मिठास वाली चीज़ों के स्वादों के पिछे ना फिर उन्हां दे स्वादों के चस्के ना लै, क्योंकि जिहड़े ज़बान के चस्के हैं वो थोड़ चिरा स्वाद दिंदे हैं। अजकल तुसीं देखिया ही होएगा भी खाण दी चीज़ों का बहुत भारी वैरायटी है। लोग एक चीज़ का स्वाद टेस्ट करते हैं, फिर दूजी का करते हैं, फिर तीसरी का करते हैं। खास तौर पर जो फंक्शनां ते विआहां वगैरह ते जांदे ने उत्थे सैकड़े तरह के ਵੱਖ-ਵੱਖ पदार्थ पे होंगे ने ते लोग अपनी प्लेट भर लेंदे ने ਵੱਖ-ਵੱਖ तरह की चीज़ों नाल। तो एक चीज़ नूं चक मारते हैं, वो नहीं पसंद आई उन्होंने छुट देंदे ने, दूजी पकड़ लेंदे ने। तो खाने की वेस्टेज भी करते हैं ते पर नाल फिर स्वाद विच फिर उन्होंने पता ही नहीं लगता भी किन्ना कुछ खा गए ने। तो जो असल मकसद होंदा कोई चीज़ खाण दा कि भाई शरीर नूं खुराक मिलनी चाहिए है, वो पासे रह जाता है ते जीभ दा स्वाद अगे आ जाता है। तो इस श्लोक का जो असल मैसेज है वो ये है कि जीभ के स्वादां दे मगर चस्कियां च ना पै के प्रभु के नाम के नाल जुड़ो, ओदी मिठास जिहड़ी है वो सब स्वादां तो उत्तम स्वाद है। तो ये शक्कर खंड शहद मिश्री गुड़ माझा दुध ये सब चीज़ां मिठास देंदियां ने, जीभ का स्वाद देंदियां ने, पर ये सब मिठियां होने के बावजूद हे रब्बा तेरे नाम की मिठास के नाल तेरे नाम का जो स्वाद है ना ਉਹਦੀ ਬਰਾਬਰੀ नहीं कर सकदियां।
तो प्रभु के नाम के तुल कोई स्वाद नहीं है। ये सिद्धांत ये दृढ़ करवा के ਹੁਣ अगले श्लोक ਵਿੱਚ ਗੱਲ ਕਰਦੇ ਹਨ ਕਿ ਜਿਸ ਬੰਦੇ ਨੂੰ ਇਹ ਗੱਲ ਦੀ ਸਮਝ ਆ ਜਾਵੇ ਕਿ ਦੁਨੀਆ ਦੇ ਚਸਕਿਆਂ ਵਿੱਚ ਨਹੀਂ ਪੈਣਾ, ਪ੍ਰਭੂ ਦੇ ਨਾਮ ਦੇ ਨਾਲ ਜੁੜਨਾ ਹੈ, ਫਿਰ ਉਹ ਭਾਂਤ-ਭਾਂਤ ਦੇ ਖਾਣ-ਪੀਣ ਦੇ ਪਦਾਰਥਾਂ ਦੇ ਸਵਾਦਾਂ ਵਾਲੇ ਪਾਸੇ ਨਹੀਂ ਜਾਂਦਾ। ਸਾਦੀ ਰੁੱਖੀ ਸੁੱਕੀ ਰੋਟੀ ਖਾਣ ਕੇ ਵੀ ਉਹਨੇ ਤੇ ਪੇਟ ਭਰਨਾ ਹੁੰਦਾ ਹੈ ਔਰ ਜੋ ਨਿਊਟ੍ਰੀਸ਼ਨ ਦੇਣੀ ਹੈ ਬਾਡੀ ਨੂੰ, ਉਹ ਉਹਦਾ ਮਕਸਦ ਹੈ। तो ਉਹਦਾ ਧਿਆਨ ਉਸੇ ਪਾਸੇ ਹੀ ਹੁੰਦਾ ਹੈ ਕਿ ਉਹਨੂੰ ਜੇ ਭਲਾ ਆਪਣੀ ਮਿਹਨਤ ਮੁਸ਼ੱਕਤ ਕਰਕੇ ਜੋ ਆਪਣੀ ਰੋਜ਼ੀ ਰੋਟੀ ਜੋ ਕਮਾ ਕੇ ਉਹਦੇ ਵਿੱਚੋਂ ਜਿਸ ਪ੍ਰਕਾਰ ਦੀ ਵੀ ਸਾਦੀ ਰੋਟੀ ਮਿਲਦੀ ਹੈ, ਉਹ ਉਹਦੇ ਵਿੱਚ ਹੀ ਤਸੱਲੀ ਰੱਖਦਾ ਹੈ। ਤੇ ਉਸੇ ਭਾਵ ਨੂੰ ਪ੍ਰਗਟ ਕਰਦਿਆਂ ਹੋਇਆਂ ਫਰੀਦ ਜੀ ਅਗਲੇ ਸ਼ਲੋਕ ਕਹਿੰਦੇ ਹਨ ਕਿ ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਨ ਮੇਰੀ ਭੁੱਖ। ਕਾਠ ਕਹਿੰਦੇ ਆ ਲੱਕੜ ਨੂੰ, ਤੇ ਕਿ ਵੀ ਮੇਰੀ ਰੋਟੀ ਤਾਂ ਨਾ ਲੱਕੜ ਵਰਗੀ ਸਖਤ ਹੈ, ਤੇ ਲਾਵਨ ਮੇਰੀ ਭੁੱਖ, ਤੇ ਮੇਰੀ ਭੁੱਖ ਹੀ ਜਿਹੜੀ ਹੈ ਨਾ ਉਹ ਉਹਦੇ ਨਾਲ ਦੀ ਭਾਜੀ ਜਾਂ ਸਲੂਣਾ, ਲਾਵਨ ਕਹਿੰਦੇ ਨੇ ਸਲੂਣੇ ਨੂੰ ਜਾਂ ਭਾਜੀ ਨੂੰ, ਸਬਜ਼ੀ ਨੂੰ। ਤੋ ਆਮ ਪ੍ਰਚਲਿਤ ਪੰਜਾਬ ਵਿੱਚ ਖਾਸ ਤੌਰ ਤੇ ਨਾਰਥ ਇੰਡੀਆ ਦੇ ਵਿੱਚ ਇਹੀ ਹੋਈ ਹੈ ਵੀ ਲੋਕੀ ਰੋਟੀ ਖਾਂਦੇ ਆ ਨਾਲ ਸਬਜ਼ੀ ਜਾਂ ਕੋਈ ਦਾਲ, ਇਹ ਦੋ ਚੀਜ਼ਾਂ ਜਿਹੜੀਆਂ ਨੇ ਰੋਟੀ ਦਾ ਮੇਨ ਅੰਗ ਹੁੰਦੇ ਹਨ। ਤਾਂ ਫਰੀਦ ਜੀ ਕਹਿੰਦੇ ਹਨ ਕਿ ਵੀ ਮੇਰੀ ਤਾਂ ਸੁੱਕੀ ਰੁੱਖੀ ਸੁੱਕੀ ਰੋਟੀ ਹੈ, ਇੰਨੀ ਸੁੱਕੀ ਹੈ ਕਿ ਵੀ ਮਾਨੋ ਕਿਸੇ ਨੂੰ ਹੱਥ ਲਾ ਕੇ ਐਂ ਲੱਗੇਗਾ ਕਿ ਬੜੀ ਸਖਤ ਰੋਟੀ ਹੈ, ਸਾਦੀ ਜਿਹੀ ਰੋਟੀ ਪੱਕੀ ਹੋਈ ਹੈ ਤੇ ਲੱਕੜ ਵਰਗੀ ਸੁੱਕੀ ਹੈ। ਤੇ ਉਹ ਸਾਦੀ ਰੋਟੀ ਹੈ ਔਰ ਨਾਲ ਮੇਰੀ ਭੁੱਖੀ ਮੇਰੀ ਉਹ ਮੇਰਾ ਸਲੂਣਾ ਹੈ ਕਿ ਭਾਵ ਜੇ ਮੈਨੂੰ ਨਾ ਵੀ ਮਿਲੇ ਕੁਛ ਤੇ ਮੈਨੂੰ ਭੁੱਖ ਦੀ ਪੂਰਤੀ ਦੇ ਵਾਸਤੇ ਨਿਰੀ ਰੋਟੀ ਮਿਲ ਜਾਂਦੀ ਹੈ, ਮੈਂ ਉਹਦੇ ਵਿੱਚ ਵੀ ਸੈਟੀਸਫਾਈਡ ਰਹਿੰਦਾ ਹਾਂ ਤੇ ਮੇਰੀ ਤਸੱਲੀ ਹੁੰਦੀ ਹੈ। ਤੇ ਜਿਹੜੇ ਲੋਕ ਜ਼ਿਆਦਾ ਸਵਾਦਾਂ ਵਾਲੇ ਖਾਣਿਆਂ ਦੇ ਵਿੱਚ ਆਪਣਾ ਧਿਆਨ ਰੱਖਦੇ ਹਨ ਤੇ ਉਹਨਾਂ ਚੰਗੇ ਬਣੇ ਹੋਏ ਰਸ ਭਰਪੂਰ ਸਵਾਦਾਂ ਵਾਲੇ ਭੋਜਨ ਬਣਾਉਣ ਵਾਸਤੇ ਜੋ ਕੁਝ ਉਹਨਾਂ ਨੂੰ ਫਿਰ ਪਦਾਰਥ ਚਾਹੀਦੇ ਹਨ, ਜਿੰਨਾ ਕੋਈ ਧਨ ਪਦਾਰਥ ਇਕੱਠਾ ਕਰਨ ਦੀ ਲੋੜ ਪੈਂਦੀ ਹੈ, ਉਹਦੇ ਵਾਸਤੇ ਲੋਕੀ ਫਿਰ ਜਾਇਜ਼ ਨਜਾਇਜ਼ ਹੋਰ ਕਈ ਤਰ੍ਹਾਂ ਦੇ ਕੰਮ ਕਰਦੇ ਹਨ ਕਿ ਬਹੁਤੀ ਕਮਾਈ ਕਰੀਏ ਤੇ ਬਹੁਤੇ ਵਧੀਆ ਤਰ੍ਹਾਂ ਦੇ ਖਾਣੇ ਜਿਹੜੇ ਹਨ ਉਹ ਬਣਾ ਕੇ ਖਾਈਏ। ਜਿਵੇਂ ਅੱਜ ਕੱਲ੍ਹ ਲੋਕਾਂ ਦੇ ਸ਼ੌਕ ਹੁੰਦੇ ਹਨ ਕਿ ਬਈ ਭਾਂਤ-ਭਾਂਤ ਦੀ ਵੈਰਾਈਟੀ ਦੇ ਖਾਣੇ ਔਰ ਵੱਖਰੀ ਵੱਖਰੀ ਜਗ੍ਹਾ ਤੇ ਰੈਸਟੋਰੈਂਟ ਵਿੱਚ ਜਾ ਕੇ ਹਜ਼ਾਰਾਂ ਰੁਪਏ ਖਰਚ ਕੇ ਤੇ ਇੱਕ ਭੋਜਨ ਕਰਦੇ ਹਨ। तो ਉਹ ਹਜ਼ਾਰਾਂ ਰੁਪਏ ਜਿਹੜੇ ਇੱਕ ਭੋਜਨ ਦੇ ਉੱਤੇ ਖਰਚਣ ਵਾਲੇ ਨੇ, ਉਹ ਤਾਂ ਹੀ ਇਹ ਖਰਚੇ ਕਰ ਸਕਦੇ ਹਨ ਕਿ ਜੇ ਉਹ ਆਪਣੀ ਕਮਾਈ ਚੰਗੀ ਤਰ੍ਹਾਂ ਖੁੱਲੀ ਕਮਾਈ ਕਰਨ ਵਾਲੇ ਹੋਣ, ਜਿਹੜੀ ਉਹ ਸਪੇਅਰ ਵੀ ਕਰ ਸਕਦੇ ਹੋਣ, ਫालतू ਦੀ ਕਮਾਈ ਹੋਵੇ ਜਿਹਨੂੰ ਉਹ ਵੇਸਟ ਕਰ ਸਕਦੇ ਹਨ। ਤੇ ਉਹ ਵੇਸਟ ਕਰਨ ਵਾਲੀ ਔਰ ਖੁੱਲੀ ਕਮਾਈ ਮਿਲਦੀ ਹੈ ਨਜਾਇਜ਼ ਢੰਗ ਵਰਤ ਕੇ। तो इसलिए ਇਹਦੇ ਚ ਗੋਝ ਚੇਤਾਵਨੀ ਇਸ ਸ਼ਲੋਕ ਵਿੱਚ ਫਰੀਦ ਜੀ ਦੇ ਰਹੇ ਹਨ ਕਿ ਜਿਨ੍ਹਾਂ ਖਾਧੀ ਚੋਪੜੀ ਘਨੇ ਸਹਿਣਗੇ ਦੁੱਖ, ਕਿ ਵੀ ਜਿਹੜੇ ਨਜਾਇਜ਼ ਢੰਗ ਤਰੀਕੇ ਵਰਤ ਕੇ ਨਜਾਇਜ਼ ਦੌਲਤ ਕਮਾਉਂਦੇ ਹਨ, ਪਰਾਇਆ ਹੱਕ ਮਾਰਦੇ ਹਨ ਤਾਂ ਕਿ ਉਹ ਚੰਗੇ ਸਵਾਦਲੇ ਖਾਣੇ ਖਾ ਸਕਣ, ਭਾਂਤ-ਭਾਂਤ ਦੇ ਖਾਣੇ ਖਾ ਸਕਣ। ਉਹ ਚੋਪੜੀ ਖਾਧੀ ਜਿਹੜੀ ਆ ਉਹਦਾ ਇਸ਼ਾਰਾ ਹੈ ਸਵਾਦਲੇ ਭੋਜਨ ਵਾਲੇ ਪਾਸੇ। तो ਉਹ ਸਵਾਦਲੇ ਭੋਜਨ ਮਿਲਦੇ ਹਨ ਨਜਾਇਜ਼ ਵਾਧੂ ਦੀ ਫालतू ਦੀ ਕਮਾਈ ਦੇ ਵਿੱਚੋਂ। तो ਉਹ ਇਸ਼ਾਰੇ ਮਾਤਰ ਗੱਲ ਹੈ, ਇਹਦਾ ਮਤਲਬ ਇਹ ਨਹੀਂ ਹੈ ਵੀ ਜੇ ਕਿਸੇ ਬੰਦੇ ਨੇ ਰੋਟੀ ਉੱਤੇ ਥੋੜਾ ਜਿਹਾ ਮੱਖਣ ਜਾਂ ਥੋੜਾ ਜਿਹਾ ਘਿਓ ਲਗਾ ਲਿਆ ਹੈ ਤੇ ਬਸ ਉਹਨੂੰ ਦੁੱਖ ਸਹਾਰਨੇ ਪੈਣਗੇ, ਇਹ ਭਾਵ ਨਹੀਂ ਹੈ, ਇਸ਼ਾਰਾ ਸਮਝਣਾ ਚਾਹੀਦਾ ਹੈ। तो ਖਾਦੀ ਚੋਪੜੀ ਤਾਂ ਅਗਲੇ ਸ਼ਲੋਕ ਦੇ ਨਾਲ ਵੀ ਲਿੰਕ ਆਏਗਾ ਤਾਂ ਉੱਥੋਂ ਗੱਲ ਸਪਸ਼ਟ ਹੋ ਜਾਏਗੀ ਕਿ ਜਿਨ੍ਹਾਂ ਨੇ ਬਹੁਤੇ ਖਾਣੇ ਦੇ ਸਵਾਦਾਂ ਦੇ ਵਿੱਚ ਖਚਤ ਹੋਏ ਰਹੇ ਹਨ, ਉਹ ਇਹਦੇ ਵਾਸਤੇ ਜਿਹੜੀ ਨਜਾਇਜ਼ ਦੌਲਤ ਕਮਾਉਣ ਵਾਸਤੇ ਜਿਹੜੇ ਨਜਾਇਜ਼ ਕੰਮ ਕਰਦੇ ਹਨ ਉਹਦੇ ਕਰਕੇ ਉਹਨਾਂ ਨੂੰ ਦੁੱਖ ਸਹਾਰਨੇ ਪੈਣਗੇ। तो ਇਸ ਲਈ ਇਸ ਖਲਜਗਨ ਵਿੱਚ ਪੈਣ ਦੀ ਜਗ੍ਹਾ ਹੈ ਇਹ ਦੁੱਖਾਂ ਵਾਲੇ ਕੰਮ ਕਰਨ ਦੀ ਬਜਾਏ ਅਗਲੇ ਸ਼ਲੋਕ ਵਿੱਚ ਫਰੀਦ ਜੀ ਫਿਰ ਪ੍ਰੇਰਨਾ ਕਰਦੇ ਹਨ ਵੀ ਰੁੱਖੀ ਸੁੱਕੀ ਖਾਏ ਕੈ ਠੰਡਾ ਪਾਣੀ ਪੀਓ। ਪਰ ਜਿਵੇਂ ਜੀ ਸਾਧ ਮੁਰਾਦੀ ਮਿਹਨਤ ਮੁਸ਼ੱਕਤ ਦੀ ਕੀਤੀ ਹੋਈ ਸਾਦੀ ਰੋਟੀ ਮਿਲਦੀ ਹੈ, ਰੁੱਖੀ ਸੁੱਖੀ ਤੋਂ ਭਾਵ ਹੈ ਸਾਦੀ ਰੋਟੀ ਜਿਹਦੇ ਵਿੱਚ ਕੋਈ ਬਹੁਤ ਫੈਲਸੂਫੀਆਂ ਵਾਲਾ, ਕੋਈ ਬਹੁਤ स्वाद भरपूर मसालेदार ये वो चीज़ां नहीं हैं। तो वो जो जी सादी रोटी तेन अपनी मेहनत मुशक्कत की कमाई चों मिल सकती है, वो खा के ते ठंडा पानी पियो। ठंडा पानी पियो भी भाव पानी पी के ते नाल सबर कर लै ताकि बंदे नूं रज आ जाए भाई होर लालच ना करे, जिन्नी भुख है उन्ना ही खावे। तो अगली पंक्ति जी है फिर वो गल होर स्पष्ट करती है कि फरीदा देख पराई चौपड़ी ना तरसाए जी। ਤੇ ਬਈ ਦੂਜੇ ਘਰਾਂ ਵੱਲ ਝਾਕ ਮਾਰ ਕੇ ਉਧਰ ਦੇਖ ਕੇ ਤੇ ਇਹ ਸੋਚੇ ਵੀ ਫਲਾਣਾ ਬੰਦਾ ਤਾਂ ਇੰਨੇ ਪ੍ਰਕਾਰ ਦੇ ਭੋਜਨ ਖਾ ਰਿਹਾ ਹੈ, ਉਹ ਤਾਂ 5 ਸਟਾਰ ਹੋਟਲ ਤੋਂ ਮੰਗਵਾ ਕੇ ਖਾਣਾ ਖਾ ਰਿਹਾ ਹੈ,
ਉਹ ਭਾਂਤ-ਭਾਂਤ ਦੇ ਹੋਰ ਮਿੱਠੇ ਪਕਵਾਨ ਤੇ ਕਈ ਚੀਜ਼ਾਂ ਬਣਾ ਕੇ ਖਾ ਰਿਹਾ ਹੈ। ਇੱਕ ਰੋਟੀ ਦੇ ਨਾਲ ਕਈ ਤਰ੍ਹਾਂ ਦੇ ਭੋਜਨ ਹੁੰਦੇ ਨਾਲ, ਤਾਂ ਉਹ ਆਪਣੇ ਮਨ ਵਿੱਚ ਕਹਿੰਦੇ ਇਹ ਵਜਿਆ ਤੂੰ ਨਾ ਉਹਦੇ ਵੱਲ ਤਰਸਾਈਆਂ ਨਜ਼ਰਾਂ ਨਾਲ ਨਾ ਵੇਖ, ਆਪਣੇ ਆਪ ਨੂੰ ਲਾਲਚ 'ਚ ਨਾ ਲਿਆ ਤੇ ਰੁੱਖੀ-ਸੁੱਖੀ ਖਾ ਕੇ ਤੇ ਸਬਰ ਕਰ, ਠੰਡਾ ਪਾਣੀ ਪੀਓ, ਭਾਵ ਸਬਰ ਕਰ। ਤੇ ਪਰਾਏ ਬੰਦੇ ਨੇ ਜਿਸ ਤਰੀਕੇ ਨਾਲ ਵੀ ਉਹ ਨਜਾਇਜ਼ ਪੈਸੇ ਕਮਾਏ ਨੇ, ਨਜਾਇਜ਼ ਧਨ ਦੌਲਤ ਇਕੱਠਾ ਕਰਕੇ ਤੇ ਭਾਂਤ-ਭਾਂਤ ਦੇ ਸਵਾਦਲੇ ਤੇ ਵੈਰਾਈਟੀ ਵਾਲੇ ਭੋਜਨ ਖਾ ਰਿਹਾ ਹੈ, ਉਹਦੇ ਵੱਲ ਦੇਖ ਕੇ ਤੇਰੇ ਅੰਦਰ ਇਹ ਲਾਲਚ ਜਾਂ ਇਹ ਰੀਸ ਨਹੀਂ ਆਣੀ ਚਾਹੀਦੀ ਕਿ ਵੀ ਮੈਨੂੰ ਵੀ ਇਹ ਮਿਲਣ। ਸਬਰ ਸੰਤੋਖ ਦਾ ਜੀਵਨ ਜੀਣਾ ਚਾਹੀਦਾ ਹੈ। ਇਹੀ ਗੁਰਮੁਖ ਬੰਦੇ ਨੂੰ, ਪ੍ਰਭੂ ਦੇ ਪਿਆਰੇ ਭਗਤਾਂ ਨੂੰ ਸ਼ੋਭਦਾ ਹੈ। ਤੋ ਇਹ ਤਿੰਨਾਂ ਸ਼ਲੋਕਾਂ ਦਾ ਜਿਹੜਾ ਇਹ ਜੋ ਕੰਬਾਈਨਡ ਮੈਸੇਜ ਹੈ, ਉਹ ਇਹ ਹੈ ਕਿ ਪ੍ਰਭੂ ਦੇ ਨਾਮ ਦੇ ਨਾਲ ਜੁੜਨ ਵਾਲਾ ਜਿਹੜਾ ਮਨੁੱਖ ਹੁੰਦਾ ਹੈ, ਉਹ ਦੁਨਿਆਵੀ ਕਿਸੇ ਰਸ ਕਸ ਤੋਂ, ਕਿਸੇ ਚਸਕੇ ਤੋਂ ਬਿਹਤਰ ਪ੍ਰਭੂ ਦੇ ਨਾਮ ਦੇ ਸਵਾਦ ਨੂੰ ਮੰਨਦਾ ਹੈ। ਜੋ ਪ੍ਰਭੂ ਦੇ ਨਾਮ ਵਿੱਚੋਂ ਉਹਨੂੰ ਸਵਾਦ ਮਿਲਦਾ ਹੈ, ਉਹਦੇ ਮੁਕਾਬਲੇ ਉਹਦੇ ਸਾਹਮਣੇ ਦੁਨਿਆਵੀ ਮਿਠਾਸ ਵਾਲੀਆਂ ਚੀਜ਼ਾਂ ਵੀ ਕਿਧਰੇ ਕੋਈ ਆਪਣੀ ਵੈਲਿਊ ਨਹੀਂ ਰੱਖਦੀ। ਔਰ ਐਸੇ ਬੰਦੇ ਨੂੰ ਸਬਰ ਸੰਤੋਖ ਦੀ ਜ਼ਿੰਦਗੀ ਜਿਉਣੀ ਚਾਹੀਦੀ ਹੈ। ਜਿਹੋ ਜਿਹੀ ਸਾਦਗੀ ਮਿਹਨਤ ਮੁਸ਼ੱਕਤ ਤੋਂ ਕਰਕੇ ਸਾਦੀ ਰੋਟੀ ਮਿਲੇ, ਉਹੀ ਖਾ ਕੇ ਉਹਦੇ ਨਾਲ ਹੀ ਆਪਣੀ ਭੁੱਖ ਤ੍ਰਿਪਤ ਕਰ ਲੈਣੀ ਚਾਹੀਦੀ ਹੈ ਔਰ ਸਬਰ ਵਿੱਚ ਰਹਿਣਾ ਚਾਹੀਦਾ ਹੈ। ਦੂਜਿਆਂ ਵੱਲ ਦੇਖ ਕੇ ਆਪਣੇ ਮਨ ਦੇ ਵਿੱਚ ਲਾਲਚ ਦੀ ਭਾਵਨਾ ਜਾਂ ਰੀਸ ਦੀ ਭਾਵਨਾ ਨਹੀਂ ਲਿਆਣੀ ਚਾਹੀਦੀ। तो ये ਤਿੰਨਾਂ ਸ਼ਲੋਕਾਂ ਦਾ ਜੋ ਕੰਬਾਈਨਡ ਜੋ ਮੈਸੇਜ ਹੈ ਉਹ ਇਹੀ ਹੈ। तो ਰੁੱਖੀ ਸੁੱਖੀ ਤੋਂ ਭਾਵ ਹੈ ਸਾਦੀ ਰੋਟੀ, ਜਿਹੜੀ ਬੰਦਾ ਆਪਣੀ ਮਿਹਨਤ ਮੁਸ਼ੱਕਤ ਦੇ ਨਾਲ ਜਿਹੜੀ ਸਾਦੀ ਜਿੰਨਾ ਕੋਈ ਗੁਜ਼ਾਰੇ ਜੋਗਾ ਉਹ ਕਮਾ ਕੇ ਉਹਦੇ ਚੋਂ ਸਾਦੀ ਰੋਟੀ ਖਾ ਸਕਦਾ ਹੈ, ਉਹਦੇ ਨਾਲ ਹੀ ਸਬਰ ਕਰਨ ਵਾਲੇ ਭਾਵ ਦੀ ਗੱਲ ਹੈ ਕਿ ਭਈ ਉਹਦੇ ਨਾਲ ਹੀ ਗੁਜ਼ਾਰਾ ਕਰਕੇ ਸਬਰ ਵਿੱਚ ਰਹਿਣਾ ਚਾਹੀਦਾ। ਦੂਜਿਆਂ ਵੱਲ ਦੇਖ ਕੇ ਰੀਸ ਨਹੀਂ ਕਰਨੀ ਚਾਹੀਦੀ, ਲਾਲਚ ਵਿੱਚ नहीं आना चाहिए। तो इतने ही बचन प्रवान करना जी। वाहिगुरु जी का खालसा, वाहिगुरु जी की फतेह। राजा सिंह जी माइक म्यूट है ਤੁਹਾਡਾ। ਦੂਜਿਆਂ ਵੱਲ ਵੇਖ ਕੇ ਰੀਸ ਨਹੀਂ ਕਰਨੀ, ਆਪਣੀ ਕਮਾਈ ਤੇ ਸਬਰ ਕਰਨਾ। तो साध संगत जी, सबर, संतोख, कंटेंटमेंट एक बड़ा ਵੱਡਾ दैवी गुण है ਜਿਹੜਾ ਕਿ ਮਨੁੱਖ ਦੇ ਜੀਵਨ ਨੂੰ ਸਹਿਜ ਵਿੱਚ ਲੈ ਕੇ ਜਾਂਦਾ। तो ਵੀਰ ਐਮਪੀ ਸਿੰਘ ਨੇ ਬੜੇ ਅੱਛੇ ਤਰੀਕੇ ਦੇ ਨਾਲ ਇੱਕ ਨਹੀਂ ਬਲਕਿ ਤਿੰਨਾਂ ਸ਼ਲੋਕਾਂ ਦੇ ਅਰਥ ਦੱਸੇ ਨੇ ਤਾਂ ਜੇ ਇਹਦੇ 'ਚ ਕੋਈ ਕਨਫਿਊਜ਼ਨ ਨਾ ਰਹੇ। ਉਹਦਾ ਕਾਰਨ ਇਹ ਹੈ ਕਿ ਇਹੋ ਜਿਹੇ ਜਿਹੜੇ ਸ਼ਲੋਕ ਨੇ ਜਿਨ੍ਹਾਂ ਦੇ ਸੂਖਸ਼ਮ ਭਾਵ ਨੇ, ਖਾਸ ਕਰਕੇ ਬਾਬਾ ਫਰੀਦ ਜੀ ਔਰ ਭਗਤ ਕਬੀਰ ਜੀ, ਇਹਨਾਂ ਦੇ ਜਿਹੜੀਆਂ ਰਚਨਾਵਾਂ ਨੇ ਉਹਨਾਂ 'ਚ ਬੜੇ ਡੂੰਘੇ ਭਾਵ ਨੇ, ਸੂਖਸ਼ਮ ਭਾਵ ਨੇ। ਉਹਨਾਂ ਨੂੰ ਸਮਝਣ ਲਈ ਬੜੀ ਮਿਹਨਤ ਦੀ ਲੋੜ ਹੈ। ਔਰ ਨਾ ਹੋਣ ਕਰਕੇ ਕੀ ਹੈ ਕਿ ਅਸੀਂ ਦੇਖਦੇ ਹਾਂ ਕਿ ਚਲੋ ਹੁਣ ਤਾਂ ਕਾਫੀ ਫਰਕ ਪੈ ਰਿਹਾ, ਵਿਦਿਆ ਦਾ ਪਸਾਰਾ ਹੋ ਰਿਹਾ, ਪਰ ਖੁਦ ਅਸੀਂ ਆਪਣੇ ਬਚਪਨ ਵਿੱਚ ਜਿਸ ਵੇਲੇ ਇਹਨਾਂ ਸ਼ਲੋਕਾਂ ਦੀ ਵਿਆਖਿਆ ਕੀਤੀ ਜਿਹਦੇ ਨਾਲ ਕਈ ਤਰ੍ਹਾਂ ਦੀਆਂ ਕਹਾਣੀਆਂ ਜੋੜੀਆਂ ਜਾਂਦੀਆਂ ਸੀ। ਮੈਨੂੰ ਖਾਸ ਕਰਕੇ ਜਿਹੜਾ ਆਇਆ ਰੋਟੀ ਮੇਰੀ ਕਾਠ ਕੀ, ਵੀਰ ਜੀ ਨੇ ਪੜ੍ਹਿਆ ਲਾਵਣ ਮੇਰੀ ਭੁੱਖ, ਇਹਦੇ ਬਾਰੇ ਹੈ ਕਿ ਉਹ ਲਓ ਜੀ ਫਰੀਦ ਸਾਹਿਬ ਭਗਤੀ ਕਰਦੇ ਸਨ, ਉਹਨਾਂ ਤੇ ਲੱਕੜ ਦੀ ਇੱਕ ਰੋਟੀ ਬਣਾਈ ਸੀ, ਰੋਟੀ ਵਰਗੀ ਲੱਕੜ ਸੀਗੀ, ਉਹਨੂੰ ਚੱਕ ਮਾਰ ਕੇ ਸਬਰ ਕਰਦੇ ਸੀ। ਮਤਲਬ ਇਹ ਹੈ ਕਿ ਮਨ ਘੜਤ ਕਹਾਣੀਆਂ ਬਜਾਏ ਜੇ ਕਿ ਸੂਖਸ਼ਮ ਭਾਵ ਲੱਭਣ ਦੇ, ਮਨ ਘੜਤ ਕਹਾਣੀਆਂ ਜਿਹਦਾ ਸਾਡੀ ਜ਼ਿੰਦਗੀ 'ਚ ਕੋਈ ਤੁਅਲਕ ਨਹੀਂ ਹੈ। ਤੋ ਇਹ ਹੁਣ ਜਿਹੜਾ ਵੀਰ ਜੀ ਨੇ ਸਾਨੂੰ ਭਾਵ ਦੱਸਿਆ, ਤੋ ਲੋੜ ਹੈ ਇਸੇ ਤਰ੍ਹਾਂ ਗੁਰਬਾਣੀ ਨੂੰ, ਇਹਦੇ ਭਾਵਾਂ ਨੂੰ ਸਮਝਣ ਦੀ। ਬੜਾ ਕੁਝ ਕਲੀਅਰ ਹੁੰਦਾ ਹੈ। ਔਰ ਸਾਧ ਸੰਗਤ ਜੀ, ਇਹ ਜਿਹੜਾ ਸ਼ਲੋਕ ਹੈ, ਮੈਂ ਪਹਿਲੇ ਵੀ ਬੇਨਤੀ ਕੀਤੀ ਹੈ, ਰੁੱਖੀ ਸੁੱਖੀ ਖਾਏ ਕੇ, ਇਹਨਾਂ ਤੇ ਬੜੇ ਹੀ ਕਨਫਿਊਜ਼ਨ ਜਿਹੜੇ ਨੇ ਲੋਕਾਂ ਦੇ ਮਨ ਵਿੱਚ ਇਹਦੇ ਬਾਰੇ ਇਹੋ ਜਿਹੇ ਸਵਾਲ ਨੇ। ਇਸੇ ਕਰਕੇ ਸ਼ਾਇਦ ਸਵਾਲ ਵੀ ਆਇਆ। ਗੁਰੂ ਨਾਨਕ ਸਾਹਿਬ ਜੀ ਦਾ ਧਰਮ ਜਿਹੜਾ ਕੀਰਤੀਆਂ ਦਾ ਧਰਮ, ਤੋ ਆਪਣੀ ਕਿਰਤ ਕਰਨੀ ਹੈ ਔਰ ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾ। ਤੋ ਜਿਹੜੇ 3 ਗੋਲਡਨ ਪ੍ਰਿੰਸੀਪਲ ਆਮ ਆਪਾਂ ਪੜ੍ਹਦੇ ਸੁਣਦੇ ਆ ਕਿ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਇਹ ਬੜੇ ਆਦਰਸ਼ਕ ਅਸੂਲ ਨੇ ਸਿੱਖੀ ਦੇ। ਪਰ ਤੁਸੀਂ ਦੇਖੋ ਕਿਰਤ ਨੂੰ ਕਿੰਨੀ ਮਹੱਤਤਾ ਦਿੱਤੀ ਹੈ। ਤੋ ਜਿਵੇਂ ਨਾ ਦੇਖ ਪਰਾਈ ਚੋਪੜੀ ਦਾ ਮਤਲਬ ਹੀ ਹੈ ਕਿ ਦੂਸਰਿਆਂ ਵੱਲ ਨਾ ਦੇਖ, ਕਿਉਂਕਿ ਜਿਸ ਵੇਲੇ ਅਸੀਂ ਆਪਣੀ ਪ੍ਰਲਭਤ ਤੇ ਵਿਸ਼ਵਾਸ ਨਹੀਂ ਰੱਖਦੇ, ਫਿਰ ਉਹਦੇ ਤੋਂ ਜਿਹੜੇ ਨੇ ਉਹ ਕ੍ਰਾਈਮ ਪਾਪ ਪੈਦਾ ਹੁੰਦੇ ਨੇ। ਔਰ ਦੂਜੇ ਨੂੰ ਖੋਹ ਕੇ ਖਾਣਾ ਜਾਂ ਕਿਸੇ ਦਾ ਹੱਕ ਮਾਰਨਾ, ਜਿਹਦੇ ਬਾਰੇ ਕਿ ਬਾਣੀ 'ਚ ਬੜਾ ਸਪਸ਼ਟ ਹੈ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਮਾ ਤਾਂ ਪਰੇ ਜਾਂ ਮੁਰਦਾਰ ਨਾ ਖਾਏ। ਤੋ ਆਪਣੇ ਦਸਾਂ ਨੂੰਆਂ ਦੀ ਕਿਰਤ ਜਿਹੜੀ ਹੈ, ਇਹਦੇ ਤੇ ਸਾਡੇ ਜਿਹੜੇ ਮਹਾਂਪੁਰਖ ਹੋਏ ਨੇ ਉਹਨਾਂ ਨੇ ਦਸਾਂ ਨੂੰਆਂ ਦੀ ਕਿਰਤ ਕਰਨ ਦੀ ਦੱਸਿਆ। ਔਰ ਇਸ ਜਿਹੜੇ ਸ਼ਲੋਕ ਅੱਜ ਵੀਰ ਜੀ ਨੇ ਪੜ੍ਹੇ ਨੇ, ਇਹਨਾਂ 'ਚ ਦਸਾਂ ਨੂੰਆਂ ਦੀ ਕਿਰਤ ਦੀ ਝਲਕ ਹੈ।
ਔਰ ਉਹਦੇ ਬਾਰੇ ਜ਼ੋਰ ਦਿੱਤਾ ਗਿਆ ਕਿ ਆਪਣੀਆਂ ਦਸਾਂ ਦੀ ਕਿਰਤ ਕਰੋ। ਇਹ ਨਹੀਂ ਕਿ ਆਪਾਂ ਮਤਲਬ ਹੈ ਕਿ ਮਾੜੇ ਹਾਲਾਤਾਂ 'ਚ ਰਹਿਣਾ, ਨਹੀਂ, ਪਰੰਤੂ ਗਿਵਨ ਸਰਕਮਸਟੈਂਸਿਸ ਜਿੰਨੇ ਸਾਡੇ ਕੋਲ ਰਿਸੋਰਸਿਸ ਨੇ, ਵਾਹਿਗੁਰੂ ਜੀ ਨੇ ਸਾਨੂੰ ਹੱਥ ਪੈਰ ਦਿੱਤੇ ਨੇ, ਉਹ ਨਾਲ ਮਿਹਨਤ ਕਰੀਏ ਔਰ ਜਿਤਨੀ ਕਮਾਈ ਹੈ ਉਹਦੀ ਸਬਰ ਰੱਖੀਏ। ਔਰ ਇੱਕ ਹੋਰ ਗੱਲ ਬੜੀ ਜ਼ਰੂਰੀ ਹੈ ਕਿ ਜਿਸ ਵੇਲੇ ਅਸੀਂ ਦੂਜਿਆਂ ਨਾਲ ਕੰਪੇਅਰ ਕਰਦੇ ਹਾਂ ਨਾ, ਜਿਸ ਵੇਲੇ ਮੈਂ ਹਾਂ, ਜੋ ਮੇਰੀ ਕਮਾਈ ਹੈ ਉਹ ਤਾਂ ਹੈ ਹੀ ਹੈ, ਪਰ ਜਿਸ ਵੇਲੇ ਮੈਂ ਆਪਣੀ ਕਮਾਈ ਨੂੰ ਦੂਜੇ ਨਾਲ ਕੰਪੇਅਰ ਕਰਾਂ, ਜਾਂ ਜੋ ਮੇਰੀ ਸਿਹਤ ਹੈ ਉਹ ਤਾਂ ਹੈ ਹੀ ਹੈ, ਜੇ ਮੈਂ ਉਹਨੂੰ ਦੂਜੇ ਨਾਲ ਕੰਪੇਅਰ ਕਰਾਂਗਾ ਤੇ ਉਹਦਾ ਰਿਜ਼ਲਟ ਹੋਰ ਕੁਝ ਨਹੀਂ ਨਿਕਲੇਗਾ ਸਿਵਾਏ ਫਰਸਟ੍ਰੇਸ਼ਨ। ਸਾਡੇ ਮਨ 'ਚ ਈਰਖਾ ਤੇ ਸਾੜਾ ਪੈਦਾ ਹੋਏ, ਜਿਹੜਾ ਕਿ ਸਾਨੂੰ ਨੁਕਸਾਨ ਦਿੰਦਾ। ਤਾਂ ਗੁਰਬਾਣੀ ਜਿਹੜੀ ਹੈ ਇਹ ਸਾਨੂੰ ਹਰ ਪੱਖ ਤੋਂ ਅਗਵਾਈ ਕਰਦੀ ਹੈ। ਔਰ ਅੱਜ ਦੇ ਵੀ ਜਿਹੜੇ ਸ਼ਲੋਕ ਨੇ ਇਹਨਾਂ 'ਚ ਬਹੁਤ ਵਧੀਆ ਮੈਸੇਜ ਜਿਹੜਾ ਉਹ ਮਿਲਿਆ। ਔਰ ਜੇ ਮਨ ਵਿੱਚ ਕੋਈ ਸੀਗੀ ਵੀ ਕਨਫਿਊਜ਼ਨ ਤੇ ਉਹ ਨਿਕਲ ਜਾਣਾ ਚਾਹੀਦਾ। ਆਓ ਸਤਸੰਗਿਓ, ਸਤਿਗੁਰੂ ਕਿਰਪਾ ਕਰਨ, ਅਸੀਂ ਬਾਣੀ ਦੀ ਰੋਸ਼ਨੀ 'ਚ ਰਹਿ ਕੇ ਜਿਸ ਵੇਲੇ ਆਪਣਾ ਜੀਵਨ ਚਲਾਵਾਂਗੇ ਤਾਂ ਸਾਡਾ ਜੀਵਨ ਸਹਿਜ ਬਣ ਜਾਏਗਾ, ਬੜਾ ਵਧੀਆ ਜੀਵਨ ਆਏਗਾ ਔਰ ਜ਼ਿੰਦਗੀ ਜਿਉਣ ਦਾ ਲੁਤਫ ਆਏ। ਵੀਰ MP ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ।